ਚਰਨਜੀਤ ਸਿੰਘ ਚੰਨੀ ਕਿੰਨੇ ਕਸੂਰਵਾਰ ਨੇ? ਕੀ ਹੁਣ ਪਰਚਾ ਦਰਜ ਹੋਵੇਗਾ? ਜਿਹੜਾ ਵੀ ਖਿਡਾਰੀ ਓਲੰਪਿਕ ਕਾਮਨਵੈਲਥ ਏਸ਼ੀਅਨ ਗੇਮ ਖੇਡਿਆ ਹੋਵੇ ਉਹ ਕਲਾਸ 1 ਪੋਸਟ ਵਾਸਤੇ ਐਲੀਜੀਬਲ ਆ। ਹੁਣ ਇਹ ਜਿਹੜਾ ਖਿਡਾਰੀ ਆ ਜਸਇੰਦਰ ਸਿੰਘ ਬੈਦਵਾਨ, ਉਹ ਅੱਜ ਤੱਕ ਨਾ ਇੰਡੀਆ ਖੇਡਿਆ, ਨਾ ਏਸ਼ੀਆ ਖੇਡਿਆ, ਨਾ ਕਾਮਨਵੈਲਥ ਖੇਡਿਆ, ਨਾ ਓਲੰਪਿਕ ਖੇਡਿਆ। ਪਹਿਲੀ ਗੱਲ, ਇਹ ਅਪਲਾਈ ਨਹੀਂ ਸੀ ਕਰ ਸਕਦਾ ਕਲਾਸ 1 ਪੋਸਟ ਵਾਸਤੇ ਅਕੋਰਡਿੰਗ ਟੂ ਦੀ ਸਟੇਟ ਪਾਲਿਸੀ ਆਫ ਸਪੋਰਟਸ ਡਿਪਾਰਟਮੈਂਟ, ਕਿਉਂਕਿ ਹਲੇ ਇਹਨੇ ਸਟੇਟ ਹੀ ਖੇਡੇ ਨੇ। ਕ੍ਰਿਕਟ ਦੇ ਵਿੱਚ ਇੰਟਰ ਸਟੇਟ ਦੀ ਇਹਦੇ 'ਚ ਫਾਲ ਨਹੀਂ ਸੀ ਕਰਦਾ, ਇਸ ਕਰਕੇ ਇਹਨੂੰ ਸਪੋਰਟਸ ਕੋਟੇ 'ਚੋਂ ਕੱਢ ਕੇ ਜਨਰਲ ਕੈਟਾਗਰੀ ਦੇ ਵਿੱਚ ਪਾਇਆ। ਪਾਲਿਸੀ ਕੀ ਕਹਿੰਦੀ ਹੈ ਕਿ ਤੁਸੀਂ ਓਲੰਪਿਕ ਖੇਡੀ ਹੋਵੇ, ਏਸ਼ੀਅਨ ਖੇਡੀ ਹੋਵੇ, ਕਾਮਨਵੈਲਥ ਖੇਡੀ ਹੋਵੇ, ਤੁਸੀਂ ਕਲਾਸ 1 ਪੋਸਟ, ਕਿਉਂਕਿ ਪੀਸੀਐਸ ਜਿਹੜੇ ਐਸਡੀਐਮ ਲੱਗਦੇ ਨੇ ਜਾਂ ਡੀਐਸਪੀ ਕਲਾਸ 1 ਪੋਸਟ ਆ। ਕਲਾਸ 1 ਪੋਸਟ ਵਾਸਤੇ ਤੁਹਾਨੂੰ ਓਲੰਪਿਕ ਖੇਡਣੀ ਪੈਣੀ ਹੈ, ਕਾਮਨਵੈਲਥ ਗੇਮ ਖੇਡਣੀ ਪੈਣੀ ਹੈ, ਏਸ਼ੀਅਨ ਗੇਮ ਖੇਡਣੀ ਪੈਣੀ ਹੈ। ਇਹਦੇ ਨੰਬਰ ਚੰਗੇ ਨੇ, 198.5 ਦੱਸੇ ਨੇ ਸੀਐਮ ਸਾਹਿਬ ਭਗਵੰਤ ਮਾਨ ਸਾਹਿਬ। ਸਪੋਰਟਸ ਕੋਟੇ 'ਚ ਨਹੀਂ ਭਰਤੀ ਹੋ ਸਕਦਾ। ਕਈ ਕੈਬਨਿਟ ਦੇ ਵਿੱਚ ਜੇ ਚੰਗੇ ਖਿਡਾਰੀ ਨੇ ਜਿਹੜੇ ਇੰਡੀਆ ਖੇਡੇ ਨੇ, ਇਹ ਮੁੰਡਾ ਹਜੇ ਤੱਕ ਇੰਡੀਆ ਨਹੀਂ ਖੇਡਿਆ ਹੈਗਾ। ਸਰਕਾਰ ਚਾਹੁੰਦੀ ਆ ਤੇ ਉਹਨੂੰ ਕੈਬਨਿਟ 'ਚ ਸਪੈਸ਼ਲ ਕੇਸ ਲਿਆ ਕੇ ਤੁਸੀਂ ਉਹਨੂੰ ਡੀਐਸਪੀ ਭਰਤੀ ਕਰ ਸਕਦੇ। ਪਿੱਛੇ ਜੇ ਇੱਕ ਪੁਲਿਸ ਆਫੀਸਰ ਆ ਮਹਾਲੀ ਲੱਗਾ ਸੀ, ਉਹਦਾ ਮੁੰਡਾ ਮਾਊਂਟ ਐਵਰੈਸਟ ਤੇ ਚੜਿਆ ਸੀ, ਕੈਪਟਨ ਸਾਹਿਬ ਖੁਸ਼ ਹੋ ਗਏ, ਪਟਿਆਲੇ ਦਾ ਰਹਿਣ ਵਾਲਾ ਸੀ, ਕੈਪਟਨ ਸਾਹਿਬ ਉਹਨੂੰ ਵੀ ਡੀਐਸਪੀ ਭਰਤੀ ਕਰਕੇ। ਮਤਲਬ ਸਟੇਟ ਕੋ ਬਹੁਤ ਜ਼ਿਆਦਾ ਪਾਵਰ ਆ। ਸਟੇਟ ਕਿਹਨੂੰ ਨੇ? ਸਟੇਟ ਦੇ ਤੈਨੂੰ ਜਾਂ ਮੈਨੂੰ ਚਾਹਵੇ ਭਗਵੰਤ ਮਾਨ ਸਾਹਿਬ ਸਾਨੂੰ 6 ਮਹੀਨੇ ਵਾਸਤੇ ਮੰਤਰੀ ਵੀ ਬਣਾ ਸਕਦੇ ਨੇ। ਉਹਨਾਂ ਦਾ ਗੜਬੜ ਦਾ ਇਸ਼ਾਰਾ ਸਿੱਧੇ ਤੌਰ ਦੇ ਉੱਤੇ ਚੰਨੀ ਸਾਹਿਬ ਵੱਲ। ਪਹਿਲੀ ਗੱਲ, ਨੌਕਰੀ ਵਾਸਤੇ ਐਲੀਜੀਬਲ ਨਹੀਂ ਸੀ। ਤੁਸੀਂ ਜਰਨਲ ਕੈਟਾਗਰੀ ਦੇ ਵਿੱਚ ਮੈਰਿਟ ਉੱਪਰ ਚਲ ਗਈ ਹੈਗੀ। ਹੁਣ ਚੰਨੀ ਸਾਹਿਬ ਦੇ ਉਹ ਕਹਿ ਰਹੇ ਕਿ ਹਲਕੇ ਦੇ ਵਿੱਚ ਆ, ਉਹ ਮੁੱਖ ਮੰਤਰੀ ਕੋ ਚਲੇ ਗਏ। ਚੰਨੀ ਸਾਹਿਬ ਨੇ ਡਿਊਟੀ ਲਗਾ ਦਿੱਤੀ ਅਧਿਕਾਰੀਆਂ ਦੀ। ਫਿਰ ਜਿਹੜਾ ਵਿੱਚ ਸਵਾਲ ਆ ਗਿਆ ਉਹਨਾਂ ਦੇ ਭਤੀਜੇ ਵਾਲਾ, ਜਸ਼ਨ ਨਾਮ ਬੜਾ ਜਸ਼ਨ ਵਾਲਾ ਜਿਹੜਾ ਨਾਮ ਗੂੰਜਾ, ਹੁਣ ਪਵਾੜੇ ਦੇ ਜਸ਼ਨ ਦੇ ਆ। ਆਪ ਮਰਿਆ ਨਾਲ ਚਾਚਾ ਵੀ ਮਰਵਾ ਦਿੱਤਾ ਹੈਗਾ। ਹਾਲਾਂਕਿ ਕਹਿੰਦੇ ਚਾਚਾ ਭਤੀਜਾ ਯਾਰ ਹੁੰਦੇ ਨੇ, ਇੱਥੇ ਤਾਂ ਯਾਰ ਮਾਰ ਹੋ ਗਈ। ਜਿਹੜੇ ਮੁੱਦੇ ਤੇ ਸਾਰੇ ਪੰਜਾਬੀਆਂ ਦੀਆਂ ਨਜ਼ਰਾਂ ਟਿਕੀਆਂ ਸੀ, ਆਖਰਕਾਰ ਉਹ ਘੜੀ ਆ ਗਈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਿੰਨੇ ਕਸੂਰਵਾਰ ਨੇ? ਕੀ ਹੁਣ ਪਰਚਾ ਦਰਜ ਹੋਵੇਗਾ ਜਾਂ ਫਿਰ ਹੋਰ ਸਮਾਂ ਪਵੇਗਾ? ਮੁੱਖ ਮੰਤਰੀ ਭਗਵੰਤ ਮਾਨ ਨੇ ਖਿਡਾਰੀ ਜਸਇੰਦਰ ਸਿੰਘ ਨੂੰ ਨਾਲ ਲੈ ਕੇ ਪ੍ਰੈਸ ਕਾਨਫਰੰਸ ਕਰ ਦਿੱਤੀ ਤੇ ਸਾਰੀਆਂ ਗੱਲਾਂ, ਸਾਰੀ ਕਹਾਣੀ ਦੱਸ ਦਿੱਤੀ ਕਿ ਕਦੋਂ ਪੈਸੇ ਮੰਗੇ ਗਏ, ਕਿਵੇਂ ਮੰਗੇ ਗਏ। ਉਹ ਸਾਰੀ ਕਹਾਣੀ ਦੇ ਵਿੱਚ ਸੱਚਾਈ ਕਿੰਨੀ ਹੈ ਤੇ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ। ਪਰ ਉਸ ਖਿਡਾਰੀ ਨੇ ਕਿਹੜਾ ਟੈਸਟ ਦਿੱਤਾ ਸੀ, ਪਿਛੋਕੜ ਕੀ ਹੈ, ਸਾਰੇ ਮਸਲੇ ਦੇ ਉੱਤੇ ਚਰਚਾ ਕਰਦੇ ਆ। ਮੇਰੇ ਨਾਲ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਨੇ। ਭੁੱਲਰ ਸਾਹਿਬ, ਅੱਜ ਜਿਹੜੀ ਚੀਜ਼ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਸਮੇਂ ਦਾ, ਪਹਿਲਾਂ ਹੀ ਵਾਰਨਿੰਗ ਦੇ ਦਿੱਤੀ ਗਈ ਸੀ ਕਿ ਅਜੇ ਵੀ ਪੁੱਛ ਲਓ ਭਤੀਜੇ ਜਾਂ ਭਾਣਜੇ ਤੋਂ ਚੰਨੀ ਸਾਹਿਬ ਨੂੰ, ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਸਮਾਂ ਦਿੱਤਾ ਤੇ ਉਹਨਾਂ ਨੇ ਦੂਜੇ ਪਾਸੇ ਜੋ ਕਿਹਾ ਸਾਰਿਆਂ ਦੇ ਸਾਹਮਣੇ ਹੈ। ਪਰ ਅੱਜ ਜਿਹੜੀਆਂ ਉਹਨਾਂ ਨੇ ਗੱਲਾਂ ਕਹਿ ਦਿੱਤੀਆਂ ਨੇ, ਇਹਦੇ ਵਿੱਚ ਕਿੰਨਾ ਕੁ ਦਮ ਲੱਗਦਾ ਹੈ ਤੇ ਹੁਣ ਅਗਲੀ ਘੜੀ ਦੇ ਵਿੱਚ ਕੀ ਫੈਸਲਾ ਹੋ ਸਕਦਾ? ਸੰਦੀਪ, ਸਭ ਤੋਂ ਵੱਡੀ ਗੱਲ, ਅਗਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਗੱਲ ਕੀਤੀ, ਇੱਕ ਤੇ ਉਹ ਜ਼ੁਬਾਨ ਤੇ ਖਰੇ ਉਤਰੇ ਨੇ। ਜੋ ਉਹਨਾਂ ਨੇ ਕਿਹਾ ਸੀ ਕਿ ਮੇਰੇ ਕੋਲ ਸਾਰੇ ਸਬੂਤ ਨੇ, ਮੇਰੇ ਕੋਲ ਖਿਡਾਰੀ, ਉਹ ਅੱਜ ਉਹਨੇ ਪੇਸ਼ ਕਰ ਦਿੱਤੇ। ਹੁਣ ਇਸ ਪੂਰੇ ਐਪੀਸੋਡ ਦੇ ਜਿਹੜੇ ਰਾਜ ਨੇ, ਆਪਾਂ ਉਹਨਾਂ ਰਾਜ ਦੀ ਗੱਲ ਕਰਦੇ ਕਿ ਉਹ ਕਿਹੜੇ ਪਹਿਲੂ ਨੇ। ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਉਹ ਕਹਿ ਰਹੇ ਕਿ ਉਹਨੇ ਪੀਸੀਐਸ ਦਾ ਟੈਸਟ ਦਿੱਤਾ ਸੀ, ਜਿਹੜਾ ਕਲਾਸ 1 ਪੋਸਟ ਆ, ਪੰਜਾਬ ਪਬਲਿਕ ਸਰਵਿਸ ਕਮਿਸ਼ਨ ਕਰਾਉਂਦੀ ਆ, ਪੀਸੀਐਸ ਪਲੱਸ ਅਲਾਈਡ। ਜਿਹੜੇ ਟੌਪਰ ਹੁੰਦੇ ਨੇ ਉਹ ਪੀਸੀਐਸ ਲੱਗ ਜਾਂਦੇ ਨੇ, ਉਸ ਤੋਂ ਬਾਅਦ ਪੀਪੀਐਸ ਲੱਗ ਜਾਂਦੇ ਨੇ, ਜਿਹੜੇ ਡੀਐਸਪੀ ਭਰਤੀ ਹੁੰਦੇ ਨੇ, ਫਿਰ ਈਟੀਓ, ਫਿਰ ਬੀਡੀਪੀਓ, ਫਿਰ ਉਹ ਚੱਲਦੀ ਰਹਿੰਦੀ ਹੈਗੀ ਨਾ ਪੋ। ਹੁਣ ਇਹ ਖਿਡਾਰੀ ਨੇ ਜਿਹੜਾ ਅਪਲਾਈ ਕੀਤਾ, ਕਹਿੰਦਾ ਮੈਂ ਸਪੋਰਟਸ ਕੋਟੇ ਵਿੱਚ ਅਪਲਾਈ ਕੀਤਾ। ਸਪੋਰਟਸ ਕੋਟਾ ਜਿਹੜਾ ਆਪਣੇ ਪੰਜਾਬ ਦੀ ਜਿਹੜੀ ਖੇਡ ਪਾਲਿਸੀ ਆ, ਉਹ ਕੀ ਕਹਿੰਦੀ ਆ ਕਿ ਜਿਹੜਾ ਵੀ ਖਿਡਾਰੀ ਓਲੰਪਿਕ, ਕਾਮਨਵੈਲਥ, ਏਸ਼ੀਅਨ ਗੇਮ ਖੇਡਿਆ ਹੋਵੇ, ਉਹ ਕਲਾਸ 1 ਪੋਸਟ ਵਾਸਤੇ ਐਲੀਜੀਬਲ ਆ। ਹੁਣ ਇਹ ਜਿਹੜਾ ਖਿਡਾਰੀ ਆ ਜਸਇੰਦਰ ਸਿੰਘ ਬੈਦਵਾਨ, ਉਹ ਅੱਜ ਤੱਕ ਨਾ ਇੰਡੀਆ ਖੇਡਿਆ, ਨਾ ਏਸ਼ੀਆ ਖੇਡਿਆ, ਨਾ ਕਾਮਨਵੈਲਥ ਖੇਡਿਆ, ਨਾ ਓਲੰਪਿਕ ਖੇਡਿਆ। ਪਹਿਲੀ ਗੱਲ, ਇਹ ਅਪਲਾਈ ਨਹੀਂ ਸੀ ਕਰ ਸਕਦਾ ਕਲਾਸ 1 ਪੋਸਟ ਵਾਸਤੇ ਅਕੋਰਡਿੰਗ ਟੂ ਦੀ ਸਟੇਟ ਪਾਲਿਸੀ ਆਫ ਸਪੋਰਟਸ ਡਿਪਾਰਟਮੈਂਟ। ਠੀਕ ਹੈ ਜੀ, ਸਪੋਰਟਸ ਡਿਪਾਰਟਮੈਂਟ ਦੀ ਕਲੀਅਰ ਕੱਟ ਪਾਲਿਸੀ ਆ। ਇਸ ਕਰਕੇ ਇਹ ਕਹਿ ਰਿਹਾ ਕਿ ਜਿਵੇਂ ਉਹ ਦੱਸ ਰਿਹਾ ਕਿ ਮੈਂ ਸਪੋਰਟਸ ਕੋਟੇ ਵਿੱਚ ਅਪਲਾਈ ਕੀਤਾ ਸੀ ਤੇ ਮੇਰੀ ਕੈਟਾਗਰੀ ਬਦਲ ਦਿੱਤੀ, ਮੈਨੂੰ ਜਰਨਲ ਕੈਟਾਗਰੀ ਵਿੱਚ ਸੁੱਟ ਦਿੱਤਾ। ਕਾਨੂੰਨ ਇਹ ਕਹਿੰਦਾ ਕਿ ਜਦ ਤੁਸੀਂ ਸਪੋਰਟਸ ਕੋਟੇ ਦੇ ਵਿੱਚ ਜਿਹੜਾ 3% ਆ, ਉਹਦੇ ਤੁਸੀਂ ਫਾਲ ਨਹੀਂ ਕਰਦੇ, ਤੁਸੀਂ ਐਲੀਜੀਬਲ ਨਹੀਂ ਹੋ। ਤੇ ਜੇ ਤੁਸੀਂ ਐਲੀਜੀਬਲ ਨਹੀਂ ਹੋ ਤੇ ਤੁਸੀਂ ਲਾਜ਼ਮੀ ਤੌਰ ਤੇ ਤੁਹਾਨੂੰ ਜਰਨਲ ਕੋਟੇ 'ਚ ਕੰਸੀਡਰ ਕੀਤਾ ਜਾਊਗਾ। ਕਈ ਵਾਰ ਹੁੰਦਾ ਕਿ ਜਿਹੜਾ ਐਸਸੀ ਬੱਚਾ, ਸ਼ਡਿਊਲ ਕਾਸਟ ਬੱਚਾ, ਜੇ ਉਹਦੀ ਮੈਰਿਟ ਨੰਬਰ ਸਭ ਤੋਂ ਵੱਧ ਆ ਜਾਵੇ ਤੇ ਉਹ ਜਰਨਲ ਕੈਟਾਗਰੀ 'ਚ ਕਾਊਂਟ ਹੁੰਦਾ।
ਕੋਈ ਐਸੀ ਬੱਚਾ ਉਹ ਅਪਲਾਈ ਕਰਦਾ 25% ਰਾਖਵਾਂਕਰਨ 'ਚ, ਲੇਕਿਨ ਉਹ ਪੜ੍ਹਨ 'ਚ ਇੰਟੈਲੀਜੈਂਟ ਆ ਤੇ ਮੋਸਟਲੀ ਹੁੰਦਾ। ਟੀਨਾ ਡਾਬੀ ਜਿਹੜੇ ਆਈਐਸ ਬਣੇ ਸੀ ਉਹ ਰਿਜ਼ਰਵ ਕੈਟਾਗਰੀ ਤੋਂ ਸੀ, ਬਟ ਉਹ ਜਨਰਲ ਕੈਟਾਗਰੀ 'ਚ ਕਾਊਂਟ ਹੋ ਗਈ ਨਾ। ਇਹ ਸਿਮਿਲਰ ਹੀ ਇੱਦਾਂ ਇਹ ਐਲੀਜੀਬਲ ਨਹੀਂ ਸੀ ਇਹ ਖਿਡਾਰੀ, ਕਿਉਂਕਿ ਹਲੇ ਇਹਨੇ ਸਟੇਟ ਹੀ ਖੇਡੇ ਨੇ, ਇੰਟਰ ਸਟੇਟ ਖੇਡੇ ਨੇ। ਕ੍ਰਿਕਟ ਦੇ ਵਿੱਚ ਇੰਟਰ ਸਟੇਟ ਦੀ ਇਹਦੇ 'ਚ ਫਾਲ ਨਹੀਂ ਸੀ ਕਰਦਾ, ਇਸ ਕਰਕੇ ਇਹਨੂੰ ਸਪੋਰਟਸ ਕੋਟੇ 'ਚੋਂ ਕੱਢ ਕੇ ਜਨਰਲ ਕੈਟਾਗਰੀ ਦੇ ਵਿੱਚ ਪਾਇਆ। ਇਹ ਫਿਰ ਕੇਸ ਲੱਗਾ ਕਿ ਮੈਂ ਖਿਡਾਰੀ ਹਾਂ, ਪਰ ਪਾਲਿਸੀ ਕੀ ਕਹਿੰਦੀ ਹੈ ਕਿ ਤੁਸੀਂ ਓਲੰਪਿਕ ਖੇਡੀ ਹੋਵੇ, ਏਸ਼ੀਅਨ ਖੇਡੀ ਹੋਵੇ, ਕਾਮਨਵੈਲਥ ਖੇਡੀ ਹੋਵੇ, ਤੁਸੀਂ ਕਲਾਸ 1 ਪੋਸਟ, ਕਿਉਂਕਿ ਪੀਸੀਐਸ ਜਿਹੜੇ ਐਸਡੀਐਮ ਲੱਗਦੇ ਨੇ ਜਾਂ ਡੀਐਸਪੀ ਕਲਾਸ 1 ਪੋਸਟ ਆ। ਕਲਾਸ 1 ਪੋਸਟ ਵਾਸਤੇ ਤੁਹਾਨੂੰ ਓਲੰਪਿਕ ਖੇਡਣੀ ਪੈਣੀ ਹੈ, ਕਾਮਨਵੈਲਥ ਗੇਮ ਖੇਡਣੀ ਪੈਣੀ ਹੈ, ਏਸ਼ੀਅਨ ਗੇਮ ਖੇਡਣੀ ਪੈਣੀ ਆ। ਉਹ ਹੋਈ ਨਹੀਂ ਇਹਦੀ ਗੱਲ, ਇਸ ਕਰਕੇ ਚਾਹੇ ਇਹਦੇ ਨੰਬਰ ਚੰਗੇ ਨੇ 198.5 ਦੱਸੇ ਨੇ ਸੀਐਮ ਸਾਹਿਬ ਭਗਵੰਤ ਮਾਨ ਸਾਹਿਬ, ਪਰ ਸਪੋਰਟਸ ਕੋਟੇ 'ਚ ਨਹੀਂ ਭਰਤੀ ਹੋ ਸਕਦਾ। ਫਿਰ ਇਹਨਾਂ ਨੂੰ ਲੱਗਾ ਕਿ ਵਾਕਈ ਅਸੀਂ ਭਰਤੀ ਨਹੀਂ ਹੋ ਸਕਦੇ। ਹਰ ਕੋਈ ਬੰਦਾ ਤਿਕੜਮੜਾਜ ਕਰਦਾ ਹੈਗਾ ਕਿਸੇ ਮੰਤਰੀ ਦੇ ਥਰੂ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਕੈਪਟਨ ਅਮਰਿੰਦਰ ਸਿੰਘ ਖਿਡਾਰੀਆਂ ਦੀ ਤੇ ਫੌਜੀਆਂ ਦੀ ਬੜੀ ਇੱਜ਼ਤ ਕਰਦੇ। ਉਹਨਾਂ ਲੱਗਾ ਕਿ ਵਾਕਈ ਮੁੰਡਾ ਜੇ ਖੇਡਿਆ ਹੈਗਾ, ਆਪਾਂ ਇਹਨੂੰ ਸਪੈਸ਼ਲ ਕੇਸ ਬਣਾ ਲਓ। ਇਹਨੂੰ ਸਪੈਸ਼ਲ ਕੇਸ ਦੇ ਵਿੱਚ ਉਹਨਾਂ ਨੇ ਕੇਸ ਤਿਆਰ ਕਰ ਦਿੱਤਾ ਹੈਗਾ। ਹੋਮ ਡਿਪਾਰਟਮੈਂਟ ਕੋ ਪ੍ਰੋਸੀਡਿੰਗ ਪੁੱਛ ਲਈ ਹੈਗੀ ਕਿ ਤੁਹਾਡੇ ਕੀ ਰੂਲ ਕਹਿੰਦੇ ਨੇ। ਜਦ ਸੀਐਮ ਨੇ ਕਹਿ ਹੀ ਦਿੱਤਾ ਤੇ ਫਿਰ ਇਹ ਬੰਦਾ ਭਰਤੀ ਹੋਣਾ ਹੀ ਹੋਣਾ ਸੀ। ਹੁਣ ਪਿੱਛੇ ਜੇ ਹਰਮਨਦੀਪ ਆ, ਹਰਮਨਦੀਪ ਜਿਹੜੀ ਇੰਡੀਅਨ ਕੈਪਟਨ ਟੀਮ ਆ, ਇੰਡੀਅਨ ਕੈਪਟਨ ਟੀਮ ਦਾ ਇੱਕ ਇੰਡੀਅਨ ਕੈਪਟਨ ਬਣਨਾ ਇਹ ਮਾਣ ਵਾਲੀ ਗੱਲ। ਉਹਨੂੰ ਵੀ ਕੈਪਟਨ ਅਮਰਿੰਦਰ ਸਿੰਘ ਡੀਐਸਪੀ ਭਰਤੀ ਕਰ ਗਏ। ਇੱਕ ਤਰਨਤਾਰਨ ਦੀ ਕੁੜੀ ਸੀ, ਮੈਂ ਉਹ ਨਾਮ ਭੁੱਲ ਗਿਆ ਕੁੜੀ ਦਾ, ਉਹ ਬਾਕਸਰ ਸੀ। ਉਹਨੂੰ ਰਾਜਕੁਮਾਰ ਵੇਰਕਾ, ਨਵਜੋਤ ਸਿੰਘ ਸਿੱਧੂ ਹੋਣੀ ਕੈਪਟਨ ਕੋਲ ਲੈ ਕੇ ਆਏ, ਉਹਨੇ ਵੀ ਗੋਲਡ ਮੈਡਲ ਜਿੱਤਿਆ ਹੈ, ਉਹਨੂੰ ਡੀਐਸਪੀ ਭਰਤੀ ਕਰ ਲਿਆ। ਕਈ ਕੈਬਨਿਟ ਦੇ ਵਿੱਚ ਜੇ ਚੰਗੇ ਖਿਡਾਰੀ ਨੇ ਜਿਹੜਾ ਇੰਡੀਆ ਖੇਡੇ ਨੇ, ਇਹ ਮੁੰਡਾ ਹਜੇ ਤੱਕ ਇੰਡੀਆ ਨਹੀਂ ਖੇਡਿਆ ਹੈਗਾ। ਫਿਰ ਇਹ ਕਲਾਸ 1 ਪੋਸਟ ਵਾਸਤੇ ਐਲੀਜੀਬਲ ਨਹੀਂ ਸੀ। ਇਸ ਕਰਕੇ ਜਦੋਂ ਸਰਕਾਰ ਚਾਹੁੰਦੀ ਆ ਤੇ ਉਹਨੂੰ ਕੈਬਨਿਟ 'ਚ ਸਪੈਸ਼ਲ ਕੇਸ ਲਿਆ ਕੇ ਤੁਸੀਂ ਉਹਨੂੰ ਡੀਐਸਪੀ ਭਰਤੀ ਕਰ ਸਕਦੇ। ਪਿੱਛੇ ਜੇ ਇੱਕ ਪੁਲਿਸ ਆਫੀਸਰ ਆ ਮਹਾਲੀ ਲੱਗਾ ਸੀ, ਉਹਦਾ ਮੁੰਡਾ ਮਾਊਂਟ ਐਵਰੈਸਟ ਤੇ ਚੜਿਆ ਸੀ, ਕੈਪਟਨ ਸਾਹਿਬ ਖੁਸ਼ ਹੋ ਗਏ, ਪਟਿਆਲੇ ਦਾ ਰਹਿਣ ਵਾਲਾ ਸੀ, ਕੈਪਟਨ ਸਾਹਿਬ ਉਹਨੂੰ ਵੀ ਡੀਐਸਪੀ ਭਰਤੀ ਕਰਕੇ। ਮਤਲਬ ਸਟੇਟ ਕੋ ਬਹੁਤ ਜ਼ਿਆਦਾ ਪਾਵਰ ਆ। ਸਟੇਟ ਕਿਹਨੂੰ ਨੇ, ਸਟੇਟ ਦੇ ਤੈਨੂੰ ਜਾਂ ਮੈਨੂੰ ਚਾਹਵੇ ਭਗਵੰਤ ਮਾਨ ਸਾਹਿਬ ਸਾਨੂੰ 6 ਮਹੀਨੇ ਵਾਸਤੇ ਮੰਤਰੀ ਵੀ ਬਣਾ ਸਕਦੇ ਨੇ ਜੀ। ਪ੍ਰਾਈਮ ਮਿਨਿਸਟਰ ਚਾਹੁਣ ਸਾਨੂੰ ਮੰਤਰੀ ਬਣਾ ਸਕਦੇ ਨੇ, ਬਾਅਦ 'ਚ ਰਾਜ ਸਭਾ ਤੋਂ ਮੈਂਬਰ। ਸਟੇਟ ਕੋ ਮਤਲਬ ਕਹਿਣ ਦਾ ਮਤਲਬ ਬਹੁਤ ਪਾਵਰ ਹੁੰਦੀ ਆ। ਹੁਣ ਇੱਕ ਪਾਸੇ ਤਕਨੀਕੀ ਗੱਲਾਂ ਨੇ ਕਿ ਠੀਕ ਹੈ, ਜਿਵੇਂ ਜਿਵੇਂ ਪੜਾ ਸੀ ਸਾਰੀਆਂ ਗੱਲਾਂ ਉਹਨਾਂ ਨੇ ਦੱਸੀਆਂ, ਪਰ ਉਹ ਕਹਿੰਦੇ ਅਫਸਰ ਝੂਠ ਨਹੀਂ ਬੋਲਦੇ, ਗੜਬੜ ਕਰਦੇ ਆ ਸਿਆਸਤਦਾਨ। ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ, ਤੇ ਉਹਨਾਂ ਦਾ ਗੜਬੜ ਦਾ ਇਸ਼ਾਰਾ ਸਿੱਧੇ ਤੌਰ ਦੇ ਉੱਤੇ ਚੰਨੀ ਸਾਹਿਬ ਵੱਲ ਸੀ। ਦੇਖੋ, ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਪਹਿਲੀ ਗੱਲ ਨੌਕਰੀ ਵਾਸਤੇ ਐਲੀਜੀਬਲ ਨਹੀਂ ਸੀ। ਤੁਸੀਂ ਜਰਨਲ ਕੈਟਾਗਰੀ ਦੇ ਵਿੱਚ ਮੈਰਿਟ ਉੱਪਰ ਚੱਲ ਗਈ ਹੈਗੀ ਉਹਦੇ 'ਚ, ਕਿਉਂਕਿ ਜਿਹੜਾ ਪਬਲਿਕ ਸਰਵਿਸ ਕਮਿਸ਼ਨ ਲੈਂਦੀ ਉਹਦੇ 'ਚ ਸਰਕਾਰ ਦੀ ਚੱਲਦੀ ਨਹੀਂ ਹੈਗੀ। ਕਲਾਸ 1 ਪੋਸਟ ਆ, ਉਹਨਾਂ ਨੇ ਟੈਸਟ ਲੈਣਾ ਹੁੰਦਾ, ਪਬਲਿਕ ਸਰਵਿਸ ਕਮਿਸ਼ਨ ਨੇ ਟੈਸਟ ਲੈਣਾ ਹੁੰਦਾ, ਉਹਨਾਂ ਨੇ ਇੰਟਰਵਿਊ ਲੈਣੀ ਹੁੰਦੀ ਆ। ਰਿਟਨ ਟੈਸਟ ਇੰਟਰਵਿਊ 'ਚ ਨੰਬਰ ਬੰਦ ਜਿਹੜੇ ਜੋੜ ਕੇ ਤੁਹਾਡੀ ਮੈਰਿਟ ਆਉਂਦੀ ਆ। ਜੋ ਬੰਦਾ ਸਿਲੈਕਟ ਹੁੰਦਾ, ਫਿਰ ਹਰ ਕੋਈ ਹੁੰਦਾ ਨਾ ਵੀ ਚਲੋ ਆਪਣੀ ਮੰਤਰੀ ਦੇ ਨਾਲ ਜਾਣ ਪਛਾਣ। ਕੈਪਟਨ ਅਮਰਿੰਦਰ ਸਿੰਘ ਦੇ ਕਿਸੇ ਦੇ ਜਰੀਏ ਕੈਪਟਨ ਅਮਰਿੰਦਰ ਸਿੰਘ ਕੋਲ ਪਹੁੰਚ ਕੇ ਉਹ ਸਾਰੀ ਬਣ ਗਈ। ਉਹ ਤਕਨੀਕੀ ਪੱਖ ਆ ਗਿਆ। ਹੁਣ ਜਿਹੜਾ ਦੂਜਾ ਪੱਖ ਆ ਕਿ ਕੈਪਟਨ ਸਾਹਿਬ ਲੱਥ ਗਏ, ਉਹਨਾਂ ਨੂੰ ਜਿਵੇਂ ਕਾਂਗਰਸ ਪਾਰਟੀ ਨੇ ਜਲੀਲ ਕਰਕੇ ਉਤਾਰਿਆ, ਉਹਦਾ ਕਾਂਗਰਸ ਪਾਰਟੀ ਨੂੰ ਖਮਿਆਜਾ ਵੀ ਭੁਗਤਣਾ ਪਿਆ। ਚੰਨੀ ਸਾਹਿਬ ਆ ਜਾਂਦੇ। ਹੁਣ ਚੰਨੀ ਸਾਹਿਬ ਦੇ ਉਹ ਕਹਿ ਰਹੇ ਕਿ ਹਲਕੇ ਦੇ ਵਿੱਚ ਆ, ਉਹ ਮੁੱਖ ਮੰਤਰੀ ਕੋਲ ਚਲੇ ਗਏ ਚੰਨੀ ਸਾਹਿਬ ਕੋਲ। ਚੰਨੀ ਸਾਹਿਬ ਨੇ ਡਿਊਟੀ ਲਗਾ ਦਿੱਤੀ ਅਧਿਕਾਰੀਆਂ ਦੀ। ਫਿਰ ਜਿਹੜਾ ਵਿੱਚ ਸਵਾਲ ਆ ਗਿਆ ਉਹਨਾਂ ਦੇ ਭਤੀਜੇ ਵਾਲਾ, ਜਸ਼ਨ ਨਾਮ ਬੜਾ ਗੂੰਜਿਆ, ਜਸ਼ਨ ਵਾਲਾ ਜਿਹੜਾ ਨਾਮ ਗੂੰਜਾ। ਹੁਣ ਪਵਾੜੇ ਤੇ ਜਸ਼ਨ ਦੇ ਆ, ਆਪ ਮਰਿਆ ਨਾਲ ਚਾਚਾ ਵੀ ਮਰਵਾ ਦਿੱਤਾ ਹੈਗਾ। ਹਾਲਾਂਕਿ ਕਹਿੰਦੇ ਚਾਚਾ ਭਤੀਜਾ ਯਾਰ ਹੁੰਦੇ ਨੇ, ਇੱਥੇ ਤਾਂ ਯਾਰ ਮਾਰ ਹੋ ਗਈ। ਹੁਣ ਸਵਾਲ ਇਹ ਆ ਕਿ ਉਹ ਜਿਹੜਾ ਤਕਨੀਕੀ ਜਿਹੜਾ ਪੱਖ ਆ, ਜਿਹੜਾ ਉਹ ਪੀਸੀਐਸ ਵਾਸਤੇ ਉਹ ਐਲੀਜੀਬਲ ਨਹੀਂ ਸੀ, ਪਰ ਉਹਨਾਂ ਸੋਚਿਆ ਕਿ ਆਪਾਂ ਦੂਜਾ ਤਰੀਕਾ ਲੱਭ ਲਏ, ਢੰਗ ਲੱਭ ਲਏ। ਕੈਪਟਨ ਅਮਰਿੰਦਰ ਸਿੰਘ ਦਰਿਆ ਦਲੀ ਇਨਸਾਨ ਆ, ਗੱਲ ਬਣ ਗਈ। ਉਹ ਗੱਲ ਬਣ ਵੀ ਗਈ ਸੀ। ਜੇ ਉਹ ਕੈਪਟਨ ਹੋ ਸਕਦਾ ਮੁੰਡਾ ਡੀਐਸਪੀ ਹੁਣ ਨੂੰ ਲੱਗਾ ਹੁੰਦਾ ਕਿਸੇ ਨਾ ਕਿਸੇ ਸਬ ਡਿਵੀਜ਼ਨ ਦੇ ਵਿੱਚ। ਹੁਣ ਇੱਕ ਚੰਨੀ ਸਾਹਿਬ ਵਾਲਾ, ਹੁਣ ਚੰਨੀ ਸਾਹਿਬ ਨੇ ਇਤਿਹਾਸਕ ਗੁਰਦੁਆਰਾ ਕਤਰਗੜ੍ਹ ਸਾਹਿਬ ਜਾ ਕੇ ਸਹੁੰ ਖਾਧੀ, ਅਰਦਾਸ ਕੀਤੀ। ਹੁਣ ਉਹ ਦੱਸਣ ਕਿ ਬੰਦੇ ਮਿਲੇ ਕਿ ਨਹੀਂ ਮਿਲੇ। ਕੋਈ ਗੱਲ ਜੋ ਸੀਐਮ ਸਾਹਿਬ ਨੇ ਫੋਟੋਆਂ ਵੀ ਦਿਖਾ ਦਿੱਤੀਆਂ ਹੈਗੀਆਂ। ਹੁਣ ਇੱਕ ਪਬਲਿਕ ਪ੍ਰੋਗਰਾਮ ਦੇ ਵਿੱਚ ਲੋਕੀ ਮਿਲਦੇ ਹੈਗੇ ਨੇ, ਹੋ ਸਕਦਾ ਉੱਥੇ ਜਾ ਕੇ ਗੱਲ ਕੀਤੀ ਹੋਵੇ ਕਿ ਅਸੀਂ ਜੀ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ, ਸਾਡਾ ਮੁੰਡਾ ਹਾਲੇ ਤੱਕ ਭਰਤੀ ਨਹੀਂ ਹੋਇਆ। ਉਹ ਗੱਲ ਹੋ ਸਕਦੀ ਹੈ। ਉਹਨਾਂ ਨਾਲ ਹੁਣ ਬਲਬੀਰ ਸਿੰਘ ਸਿੱਧੂ ਨੂੰ ਵੀ ਗਵਾਹ ਰੱਖ ਲਿਆ। ਬਲਬੀਰ ਸਿੰਘ ਸਿੱਧੂ ਗਵਾਹੀ ਦਿੰਦੇ ਕਿ ਨਹੀਂ ਦਿੰਦੇ ਹੈਗੇ, ਉਹ ਉਹਨਾਂ ਦੀ ਮਰਜ਼ੀ। ਉਹ ਤੇ ਆਪ ਅੱਜ ਕੱਲ੍ਹ ਵਿਜੀਲੈਂਸ ਦੇ ਕਾਬੂ ਆਏ ਹੋਏ ਨੇ ਤੇ ਬਣਦੀ ਵੀ ਨਹੀਂ ਹੈਗੀ। ਚੰਨੀ ਔਰ ਸਿੱਧੂ ਦੀ ਬਣਦੀ ਵੀ ਨਹੀਂ ਹੈਗੀ, ਕਿਉਂਕਿ ਜਦੋਂ ਚੰਨੀ ਸਾਹਿਬ ਮੰਤਰੀ ਸੀਐਮ ਬਣੇ ਹੈਗੇ ਤੇ ਬਲਬੀਰ ਸਿੰਘ ਸਿੱਧੂ ਨੂੰ ਮੰਤਰੀ ਮੰਡਲ ਤੋਂ ਬਾਹਰ ਕੱਢ ਦਿੱਤਾ ਗਿਆ ਸੀ। ਹੁਣ ਸਵਾਲ ਇਹ ਆ ਗਿਆ ਕਿ ਹੁਣ ਪਰਚਾ ਦਰਜ ਹੋਊਗਾ।
ਉਹ ਮੁੰਡਾ ਸ਼ਿਕਾਇਤ ਕਰੂਗਾ, ਸਭ ਤੋਂ ਪਹਿਲਾਂ ਫੜਿਆ ਜਾਊਗਾ ਜਸ਼ਨ ਗਵਾਹੀ ਦਊਗਾ ਕਿ ਮੈਨੂੰ ਮੇਰੇ ਚਾਚੇ ਸੀਐਮ ਨੇ ਕਿਹਾ ਕਿ ਨਹੀਂ ਕਿਹਾ। ਇਹ ਹੁਣ ਸਾਰਾ ਜਿਹੜਾ ਹੁਣ ਇੱਥੇ ਆ ਕੇ ਖੇਡ ਬਣਦੀ ਆ ਕਿ ਵਾਕਈ ਹੁਣ ਸ਼ੱਕ ਦੇ ਦਾਇਰੇ ਦੇ ਵਿੱਚ ਆ ਗਏ ਨੇ ਜਸ਼ਨ, ਤੇ ਜਸ਼ਨ ਜੇ ਸ਼ੱਕ ਦੇ ਦਾਇਰੇ 'ਚ ਆ ਗਏ ਨੇ ਤੇ ਚੰਨੀ ਸਾਹਿਬ ਤੇ ਵੀ ਲਾਜ਼ਮੀ ਤੌਰ ਤੇ ਕਿ ਜਸ਼ਨ ਕੌਣ ਹੁੰਦਾ, ਜਸ਼ਨ ਕੀ ਆਪਣੇ ਲੈਵਲ ਤੇ ਕਿਸੇ ਨੂੰ ਮਿਲ ਸਕਦਾ ਹੈਗਾ। ਹੁਣ ਉਹ ਜਿਹੜੇ 2 ਉਂਗਲਾਂ ਵਿਕਟਰੀ ਵਾਲੀਆਂ ਜਾਂ 2 ਲੱਖ ਵਾਲੀਆਂ ਜਾਂ 20 ਲੱਖ ਵਾਲੀਆਂ ਜਾਂ 2 ਕਰੋੜ ਵਾਲੀਆਂ, ਉਹ ਵੀ ਇੱਕ ਮਸਲਾ ਬੜਾ ਸੀਰੀਅਸ ਹੈਗਾ। ਤੇ ਹੁਣ ਤੇ ਜਿਹੜੀ ਸੱਚਾਈ ਆ ਭਗਵੰਤ ਮਾਨ ਸਾਹਿਬ ਨੇ ਦੱਸਤੀ, ਮੁੰਡੇ ਨੇ ਦੱਸਤੀ, ਮੁੰਡੇ ਦੇ ਪਿਓ ਨੇ ਦੱਸਤੀ। ਹੁਣ ਤੇ ਚੰਨੀ ਸਾਹਿਬ ਇਸ ਮਸਲੇ ਦੇ ਵਿੱਚ ਦੱਸਣਗੇ ਕਿ ਸਟੇਟ ਦੀ ਪਾਲਿਸੀ ਆ ਕਹਿੰਦੀ ਆ ਤੇ ਕੀ ਕੈਬਨਿਟ ਦੇ ਵਿੱਚ ਕਿਸੇ ਨੂੰ ਡੀਐਸਪੀ ਭਰਤੀ ਸਿੱਧਾ ਕੀਤਾ ਜਾ ਸਕਦਾ, ਸਿੱਧਾ ਐਸਡੀਐਮ ਨਹੀਂ ਭਰਤੀ ਕਰ ਸਕਦੇ, ਖਿਡਾਰੀ ਸਿੱਧਾ ਡੀਐਸਪੀ ਭਰਤੀ ਹੋ ਸਕਦਾ। ਪਰ ਡੀਐਸਪੀ ਭਰਤੀ ਤਾਂ ਹੋਊਗਾ ਨਾ ਜੇ ਕਲਾਸ 1 ਪੋਸਟ ਵਾਸਤੇ ਉਹ ਐਲੀਜੀਬਲ ਆ। ਐਲੀਜੀਬਿਲਟੀ ਕੀ ਕਹਿੰਦੀ ਹੈਗੀ ਆ ਕਿ ਬੰਦੇ ਨੇ ਵਰਲਡ ਲੈਵਲ ਤੇ ਨਾਮ ਖੱਟਿਆ ਹੋਵੇ, ਦੇਸ਼ ਦਾ ਨਾਮ ਰੋਸ਼ਨ ਕੀਤਾ ਹੋਵੇ, 올림픽 ਖੇਡਿਆ ਹੋਵੇ, ਕਾਮਨਵੈਲਥ ਖੇਡੀ ਹੋਵੇ, ਏਸ਼ੀਅਨ ਖੇਡੀ ਹੋਵੇ। ਇਹ ਮੁੰਡਾ ਤੇ ਅੱਜ ਤੱਕ ਏਸ਼ੀਅਨ ਨਹੀਂ ਖੇਡਿਆ, ਇਹ ਮੁੰਡਾ ਤੇ ਅਜੇ ਤੱਕ IPL ਨਹੀਂ ਖੇਡਿਆ ਹਜੇ ਤੱਕ ਤੇ ਸਪੇਅਰਾਂ 'ਚ ਨਾ 3 'ਚ ਨਾ 13 'ਚ ਨਾ ਖਿਡਾਰੀਆਂ 'ਚ ਨਾ ਸਪੇਅਰਾਂ 'ਚ, ਇਹ ਸਪੇਅਰਾਂ 'ਚ ਹਜੇ ਤੇ ਇਹਨੇ ਇੰਡੀਅਨ ਕ੍ਰਿਕਟ ਟੀਮ 'ਚ ਵੀ ਖੇਡਣਾ। ਬੰਦਾ ਇੰਡੀਅਨ ਕ੍ਰਿਕਟ ਟੀਮ 'ਚ ਵੀ ਖੇਡਿਆ ਹੋਵੇ ਕੋਈ ਨਾ ਕੋਈ, ਤੇ ਤੁਹਾਡੀ ਪਹੁੰਚ ਅਪਰੋਚ ਹੈਗੀ ਹੈ, ਸਰਕਾਰ ਨਾਲ ਦੀ ਨਾਲ ਡੀਐਸਪੀ ਭਰਤੀ ਕਰ ਸਕਦੇ। ਜਦੋਂ ਪੱਤਰਕਾਰਾਂ ਨੇ ਵਾਰ-ਵਾਰ ਸਵਾਲ ਪੁੱਛਿਆ ਸੀਐਮ ਸਾਹਿਬ ਨੂੰ ਵੀ, ਨਾਲ ਬੈਠੇ ਖਿਡਾਰੀ ਨੂੰ ਵੀ, ਉਹਨਾਂ ਦੇ ਫਾਦਰ ਸਾਹਿਬ ਨੂੰ ਵੀ, ਉਹ ਫਿਰ ਕਹਿ ਰਹੇ ਆ, ਕਹਿੰਦੇ ਮੈਂ ਕਹਿ ਦਿੱਤਾ, ਇਹਨਾਂ ਨੇ ਕਹਿ ਦਿੱਤਾ, ਤਸਦੀਕ ਹੀ ਕਰ ਰਹੇ ਹਾਂ ਅਸੀਂ, ਇਹ ਸੱਚੀ ਹੈ ਗੱਲ, ਇਹ ਅਸੀਂ ਆਪਦੇ ਕੋਲੋਂ ਨਹੀਂ ਬਣਾਈ। ਇਸ ਤਰ੍ਹਾਂ ਦਾ ਉਹਨਾਂ ਨੇ ਇਸ਼ਾਰਾ ਕੀਤਾ। ਦੇਖੋ ਇੱਕ ਗੱਲ ਹੁੰਦੀ ਹੈ ਕਿ ਜਦੋਂ ਸੀਐਮ ਸਾਹਿਬ ਬੋਲ ਰਹੇ ਨਾ, ਜਿਹੜਾ ਨਾਲ ਬੈਠਾ ਚਾਹੇ ਉਹ ਆਮ ਬੰਦੇ ਹੈਗੇ, ਜੇ ਮੰਤਰੀ ਵੀ ਕੋਈ ਬੈਠਾ ਹੋਵੇ ਤੇ ਉਹ ਸੀਐਮ ਸਾਹਿਬ ਬੋਲਦੇ, ਇੱਕ ਉਹ ਵੀ ਗੱਲ ਹੁੰਦੀ ਕਿ ਚੰਗੀ ਨਹੀਂ ਲੱਗਦਾ ਵੀ ਜਦ ਸੀਐਮ ਸਾਹਿਬ ਐਡਰੈਸ ਕਰ ਰਹੇ ਹੈਗੇ ਨੇ ਤੇ ਬੰਦੇ ਨਾਲ ਬੈਠੇ, ਫਿਰ ਉਹਨਾਂ ਦੀ ਗਵਾਹੀ ਦੀ ਲੋੜ ਨਹੀਂ ਹੈ ਕਿਉਂਕਿ ਉਹਨਾਂ ਆਪਣੀ ਕਹਾਣੀ ਸਾਰੀ ਦੱਸੀ ਹੋਈ ਆ। ਮੁੰਡਾ ਤੇ ਮਿਲਿਆ ਹੋਊਗਾ ਉੱਥੇ ਧਰਮਸ਼ਾਲਾ, ਤੇ ਮੁੰਡੇ ਦਾ ਪਿਓ 15 ਤਰੀਕ ਤੋਂ ਲੈ ਕੇ ਹੁਣ ਤੱਕ ਸੀਐਮ ਸਾਹਿਬ ਨੂੰ ਕਿੰਨੀ ਵਾਰ ਮਿਲੇ ਹੋਣਗੇ ਨਾ, ਵੀ ਸਾਡੇ ਆਹ ਕਹਾਣੀ ਸਾਰੀ ਦੱਸੀ ਹੋਊਗੀ, ਵਰਤਾਂ ਪੂਰਾ ਆਪਣੀ ਹੱਡਬੀਤੀ ਸੁਣਾਈ ਹੋਗੀ, ਉਹ ਮੁੱਖ ਮੰਤਰੀ ਨੇ ਸਾਰੀ ਸੁਣਾ ਦਿੱਤੀ ਹੈਗੀ। ਤੇ ਇਸ ਕਰਕੇ ਉਹਨਾਂ ਨੂੰ ਲੱਗਦਾ ਹੋਊਗਾ ਕਿ ਅਸੀਂ ਚੰਗੇ ਵੀ ਨਹੀਂ। ਇੱਕ ਬੰਦਾ ਹੁੰਦਾ ਨਾ, ਇੱਕ ਵੱਡੇ ਬੋਲ ਰਹੇ ਨੇ, ਇੱਕ ਸਟੇਟ ਦਾ ਸੀਐਮ ਬੋਲ ਰਿਹਾ, ਅਸੀਂ ਬੋਲ ਕੇ ਚੰਗਾ ਵੀ ਨਹੀਂ ਲੱਗਦਾ, ਇੱਕ ਉਹ ਵੀ ਪੱਖ ਹੋ ਸਕਦਾ। ਲੇਕਿਨ ਉਹ ਸਵਾਲ ਇਹ ਆ, ਸਭ ਤੋਂ ਵੱਡੀ ਗੱਲ ਹੈ ਕਿ ਇਹ ਜਿਹੜਾ ਜਸ਼ਨ, ਉਹਦਾ ਨਾਮ ਆ ਜਸਇੰਦਰ ਸਿੰਘ ਬੈਦਵਾਨ, ਇਹ ਦੱਸੇ ਕਿ ਉਹ ਇੰਡੀਆ ਖੇਡਿਆ, ਏਸ਼ੀਅਨ ਖੇਡਿਆ, ਕਾਮਨਵੈਲਥ ਖੇਡਿਆ। ਪਹਿਲੀ ਗੱਲ ਹੈ, ਇਹ ਜਿਹੜੀ ਗੇਮ ਆ ਵਰਲਡ ਲੈਵਲ ਤੇ ਨਾ ਕਾਮਨਵੈਲਥ ਦਾ ਪਾਰਟ ਆ ਨਾ 올림픽 ਦਾ ਪਾਰਟ ਆ। ਹਾਂ, ਏਸ਼ੀਆ ਕੱਪ ਹੁੰਦਾ, ਏਸ਼ੀਆ 'ਚ ਕਿੰਨੀਆਂ ਟੀਮਾਂ ਖੇਡਦੀਆਂ ਨੇ? ਬੰਗਲਾਦੇਸ਼, ਇੰਡੀਆ, ਸ਼੍ਰੀਲੰਕਾ, ਪਾਕਿਸਤਾਨ। ਹਾਲਾਂਕਿ ਏਸ਼ੀਆ ਕਿੱਡਾ ਵੱਡਾ, 4 ਕੰਟਰੀ ਖੇਡਦੇ ਨਾ, ਇਹ ਉਹ ਵੀ ਉਸ 'ਚ ਵੀ ਗੇਮ ਨਹੀਂ ਆਉਂਦੀ। ਹਾਂ, ਗ੍ਰੇਡੇਸ਼ਨ ਹੁੰਦੀ ਆ, ਲੇਕਿਨ ਗ੍ਰੇਡੇਸ਼ਨ ਉਹਨਾਂ ਖਿਡਾਰੀਆਂ ਦੀ ਹੁੰਦੀ ਹੈ ਜੇ ਵਾਕਈ ਬੰਦਾ ਇਹ ਚੀਜ਼ ਖੇਡਾ ਹੋਵੇ, ਏਸ਼ੀਆ ਖੇਡਿਆ ਹੋਵੇ, 올림픽 ਖੇਡੇ, ਕਾਮਨਵੈਲਥ। ਇਹ ਤਾਂ ਕਿਤੇ ਵੀ ਨਹੀਂ ਖੇਡਿਆ। ਹਲੇ ਤੇ ਮੁੰਡੇ ਦੀ ਸ਼ੁਰੂਆਤ ਸੀ, ਲੇਕਿਨ ਇੰਟੈਲੀਜੈਂਟ ਹੋਊਗਾ ਜਿਹਨੇ PCS ਦਾ ਟੈਸਟ ਕਲੀਅਰ ਕਰ ਲਿਆ, ਉਹ ਆਪਣੇ ਆਪ 'ਚ ਇੱਕ ਕਾਬਲੀਅਤ ਹੀ ਹੈਗੀ ਮੁੰਡੇ ਦੀ, ਖੇਡ ਪੱਖੋਂ ਵੀ। ਲੇਕਿਨ ਇਹ ਵੀ ਕਿਸਮਤ ਹੁੰਦੀ ਨਾ ਕਿ ਖੇਡਣੇ ਤਾਂ 11 ਹੀ ਆ, 11 'ਚ ਵੀ ਹਲੇ ਨਹੀਂ ਆਇਆ ਨਾ, ਹਰ ਇੱਕ ਦੇ ਆਪਣੇ ਆਪਣੇ ਸਟਾਰ ਹੁੰਦੇ। ਪਰ ਉਹ ਜਿਹੜਾ ਜਸ਼ਨ ਵਾਲਾ, ਭਤੀਜੇ ਵਾਲਾ ਜਿਹੜਾ ਮਸਲਾ ਆ ਗਿਆ, ਤੇ ਮੈਨੂੰ ਲੱਗਦਾ ਚੰਨੀ ਨੂੰ ਮਰਵਾ ਕੌਣ ਗਿਆ, ਜਾਂ ਭਾਣਜਾ ਸਾਲੀ ਦਾ ਮੁੰਡਾ ਮਾਰ ਗਿਆ ਹਣੀ, ਜਾਂ ਹੁਣ ਭਤੀਜਾ। ਸਿਆਸੀ ਲੀਡਰਾਂ ਨੂੰ ਉਹ ਬੰਦੇ ਜਿਹੜੇ ਮੁੱਖ ਮੰਤਰੀ ਆਪ ਨਹੀਂ ਮਰਦੇ, ਰਿਸ਼ਤੇਦਾਰ ਮਰਵਾ ਦਿੰਦੇ ਹੈਗੇ ਨੇ। ਸਿੰਗਲੇ ਨੂੰ ਕੌਣ ਮਰਵਾ ਗਿਆ ਸੀ? ਉਹਦਾ ਭਤੀਜਾ। ਇਹ ਸਾਰੇ ਜਿਹੜੇ ਹੁੰਦੇ ਨਾ ਭਤੀਜੇ ਭਾਂਜੇ, ਚੰਡੀਗੜ੍ਹ ਤੋਂ ਜਿਹੜੇ ਪਵਨ ਬੰਸਲ ਰੇਲਵੇ ਮਿਨਿਸਟਰ, ਉਹਨਾਂ ਦਾ ਵੀ ਭਾਂਜਾ ਹੀ ਮਰਵਾ ਗਿਆ ਸੀ। ਤੇ ਇਸ ਕਰਕੇ ਲੱਗਦਾ ਜਿਹੜੇ ਭਤੀਜੇ ਭਾਂਜਿਆਂ ਨੂੰ ਦੂਰ ਰੱਖਣਾ ਚਾਹੀਦਾ ਹੈਗਾ ਅਜਿਹੇ ਮਸਲਿਆਂ ਦੇ ਵਿੱਚ। ਹੁਣ ਜਸ਼ਨ ਕਰ ਗਿਆ ਖੇਡ, ਚੰਨੀ ਸਾਹਿਬ ਨੂੰ ਜਵਾਬ ਤਲਬੀ ਦੇ ਰਹੇ, ਚੰਨੀ ਸਾਹਿਬ ਨੂੰ ਅਰਦਾਸਾਂ ਕਰਨੀਆਂ ਪੈ ਰਹੀਆਂ ਹੈਗੀਆਂ। ਹੁਣ ਇਹ ਜਿਹੜਾ ਮਸਲਾ ਇਹ ਹੈਗਾ ਕਿ ਮੰਨ ਕੇ ਚੱਲਦੇ ਕਿ ਮੁੰਡਾ ਸੱਚ ਬੋਲਦਾ ਵੀ ਅਸੀਂ ਨੌਕਰੀ ਤੇ ਹਰ ਕੋਈ ਮੰਗਣ ਜਾਂਦੇ ਹੈਗੇ। ਅੱਜ ਵੀ ਮੰਤਰੀਆਂ ਦੇ ਸੀਐਮ ਸਾਹਿਬ ਤੇ ਖੁਦ ਕਹਿ ਚੁੱਕੇ ਨੇ ਕਿ ਮੇਰੇ ਕੋਲ MLA ਆਇਆ ਸੀ, ਕਹਿੰਦਾ ਕਿ ਮੇਰੇ ਭਤੀਜੇ ਨੂੰ ਰੱਖ ਲਓ, ਵੀ ਉਹ ਪੂਰਾ ਨਹੀਂ ਕਰਦਾ। ਨੌਕਰੀ ਹਰ ਹੁੰਦਾ ਕਿ ਸਰਕਾਰੀ ਨੌਕਰੀ ਮਿਲ ਜੇ। ਪਰ ਹੁਣ ਆਹ ਜਿਹੜਾ ਮਸਲਾ, ਇਸ ਮਸਲੇ ਦੇ ਵਿੱਚ ਕਿਉਂਕਿ ਸਰਕਾਰ ਹੁਣ ਉਹਨਾਂ ਲੱਗਾ ਕਿ ਅਸੀਂ ਜੇ ਚੰਨੀ ਸਾਹਿਬ ਦੇ ਖਿਲਾਫ ਬੋਲ ਦਾਂਗੇ, ਸੱਚ ਵੀ ਹੋਊਗਾ। ਜਸ਼ਨ ਬਾਰੇ ਤੇ ਸੱਚ ਹੋਊਗਾ ਕਿ ਨਹੀਂ ਹੋਊਗਾ, ਚੰਨੀ ਸਾਹਿਬ ਬਾਰੇ ਵੀ ਹੋਊਗਾ ਕਿ ਨਹੀਂ ਹੋਊਗਾ। ਲੇਕਿਨ ਜਸ਼ਨ ਦੇ ਉਹ ਦੱਸ ਰਹੇ ਨੇ ਕਿ ਅਸੀਂ ਗੱਡੀ 'ਚ ਬੈਠੇ ਸਾਰੇ ਪ੍ਰੂਫ ਹੋਣਾ ਕੋਣੇ। ਹੁਣ ਸਵਾਲ ਇਹ ਆ ਸਭ ਤੋਂ ਵੱਡਾ ਕਿ ਉਹਨੂੰ ਪਰਚਾ ਦਰਜ ਹੋਣਾ ਹੋਊਗਾ, ਸਾਰਾ ਕੁਛ ਨਤਾਰਾ ਆ ਜਾਊਗਾ। ਪਰ ਦੂਜੀ ਗੱਲ ਇਹ ਵੀ ਹੋਊਗਾ ਕਿ ਇਹ ਜਿਹੜਾ ਮੁੰਡੇ ਦਾ ਮਾਂ ਪਿਓ ਅੱਜ ਸੀਐਮ ਸਾਹਿਬ ਦੇ ਨਾਲ ਬੈਠੇ ਨੇ, ਪਿਓ ਪੁੱਤ, ਉਹ ਲੱਗਾ ਕਿ ਇੱਧਰੋਂ ਤੇ ਸੀਐਮ ਸਾਹਿਬ ਨੇ ਭਰੋਸਾ ਦੇ ਹੀ ਦਿੱਤਾ ਕਿ ਜਿਹੜਾ ਉਹ ਕੰਮ ਪੈਸੇ ਲੈ ਕੇ ਕਰਦੇ ਅਸੀਂ ਮੁਫਤ ਕਰਾਂਗੇ। ਪਰ ਨਾਲ ਸੀਐਮ ਸਾਹਿਬ ਇਹ ਵੀ ਕਹਿ ਗਏ ਨੇ ਕਿ ਅਸੀਂ ਐਗਜ਼ਾਮਨ ਕਰਵਾਵਾਂਗੇ,
ਕਿ ਬੰਦਾ ਐਲੀਜੀਬਲ ਹੈ, ਤੁਸੀਂ ਡੀਐਸਪੀ ਭਰਤੀ ਕਰਨਾ, ਪਬਲਿਕ ਸਰਵਿਸ ਕਮਿਸ਼ਨ ਦੀ ਪੋਸਟ ਚੋਂ ਪ੍ਰੀਵਿਊ ਕੱਢਣਾ। ਮਤਲਬ ਇਹ ਜਿਹੜੀ ਡੀਐਸਪੀ ਭਰਤੀ ਕੀਤਾ ਜਾਂਦਾ ਨਾ, ਜਿਹੜੇ ਕੱਲ ਨੂੰ ਜਿਹੜੀਆਂ ਪੋਸਟਾਂ ਕੱਢੂਗੀ ਸਰਕਾਰ, ਉਹਦੇ 'ਚ ਇਹ ਐਡਜਸਟ ਹੋਣਾ। ਤੇ ਪਿੱਛੇ ਜੇ ਆਪਣੇ ਸਪੋਰਟਸ ਕੋਟੇ ਦੇ ਵਿੱਚ ਬਹੁਤ ਸਾਰੇ ਮੁੰਡੇ ਕੁੜੀਆਂ ਡੀਐਸਪੀ ਭਰਤੀ ਹੋਏ ਨੇ। ਜਿਹੜੇ ਆਪਣੇ ਇੰਡੀਅਨ ਹਾਕੀ ਟੀਮ ਦਾ ਮੁੰਡਾ ਸੀ ਮਨਪ੍ਰੀਤ, ਉਹ ਵੀ ਡੀਐਸਪੀ ਭਰਤੀ ਹੋਇਆ ਸੀ। ਗਗਨਜੀਤ ਸਿੰਘ ਹੋਣੀ ਡੀਐਸਪੀ ਭਰਤੀ ਹੋਏ। ਜਿਹੜੇ ਖੇਡੇ ਡੀਐਸਪੀ ਆਪਣੇ ਬਲਬੂਤੇ ਖੇਡੇ ਹੁੰਦੇ, ਜਿਹੜੇ ਆਪਣੇ ਉਹਦੇ 'ਚ, ਕਿਉਂਕਿ ਉਹ ਇੰਡੀਅਨ ਹਾਕੀ ਖੇਡੇ, ਕੈਪਟਨ ਰਹੇ ਨੇ, ਮੈਚ ਖੇਡੇ, ਉਹਨਾਂ ਦੇ ਤੇ ਰਿਜ਼ਰਵ ਕਰਦੇ ਨੇ। ਪਰ ਜਿਹੜਾ ਬੰਦਾ ਰਿਜ਼ਰਵ ਨਹੀਂ ਕਰਦਾ, ਉਹਨੇ ਰਾਹ ਦੂਜਾ ਲੱਭਾ, ਸਿਫਾਰਸ਼ਾਂ ਵਾਲਾ ਲੱਭਾ ਹੈਗਾ। ਮੁੱਖ ਮੰਤਰੀ ਜਿਹੜੇ ਕੈਪਟਨ ਅਮਰਿੰਦਰ ਤੱਕ ਤੇ ਸਿਫਾਰਸ਼ ਚੱਲ ਗਈ ਵੀ ਕੇਸ ਨੂੰ ਤਿਆਰ ਕਰੋ। ਚੰਨੀ ਸਾਹਿਬ ਵਾਲੇ ਕਹਿੰਦੇ ਪੰਗਾ ਪੈ ਗਿਆ। ਤੇ ਹੁਣ ਚੰਨੀ ਸਾਹਿਬ ਇਸ ਮਸਲੇ 'ਚ 2-3 ਵਾਰਾਂ ਤੇ ਪੱਖ ਰੱਖ ਹੀ ਚੁੱਕੇ ਨੇ, ਅਰਦਾਸ ਵੀ ਕਰ ਚੁੱਕੇ, ਉੱਥੇ ਮੀਡੀਆ ਨਾਲ ਗੱਲਬਾਤ ਕੀਤੀ। ਫਿਰ ਉਹਨਾਂ ਪ੍ਰੈਸ ਕਾਨਫਰੰਸ ਕੀਤੀ ਹੈਗੀ ਕਿ ਤੁਸੀਂ 31 ਦਾ ਕਿਉਂ ਇੰਤਜ਼ਾਰ ਕਰਦੇ, ਮੈਨੂੰ ਅੱਜ ਹੀ ਫੜ ਦਿਓ। ਅੱਜ ਕਿਉਂਕਿ ਸੀਐਮ ਸਾਹਿਬ ਨੇ ਸਾਰੇ ਸਬੂਤ ਦੇਣੇ ਪੰਜਾਬ ਦੀ ਜਨਤਾ ਨੂੰ, ਉਹਨਾਂ ਨੇ ਸਾਰਾ ਪੱਖ ਰੱਖਤਾ। ਹੁਣ ਚੰਨੀ ਸਾਹਿਬ ਜਿਹੜੇ ਅੱਜ ਮੁੰਡਾ ਤੇ ਮੁੰਡੇ ਦੇ ਪਿਓ ਨੇ ਉਹ ਦੱਸੀ, ਆਪਣੀ ਹੱਡ ਬੀਤੀ ਦੱਸੀ ਆ, ਕਹਾਣੀ ਦੱਸੀ ਆ, ਉਸ ਕਹਾਣੀ ਦਾ ਇਹ ਪੜਦਾ ਜਾਂ ਕਹਾਣੀ ਸੱਚੀ ਜਾਂ ਝੂਠੀ, ਜਾਂ ਉਹਦੇ 'ਚ ਕਿੰਨਾ ਸੱਚ ਕਿੰਨਾ ਝੂਠ ਆ, ਕਿੰਨਾ ਮਸਾਲਾ, ਉਹ ਸਾਰਾ ਹੁਣ ਹੋਰ ਤੇ ਕੋਈ ਕਰ ਨਹੀਂ ਸਕਦੇ। ਭਗਵੰਤ ਮਾਨ ਸਾਹਿਬ ਨੇ ਆਪਣੀ ਜ਼ੁਬਾਨ ਪੂਰੀ ਵਾਅਦਾ ਕੀਤਾ ਹੈਗਾ। ਹੁਣ ਚੰਨੀ ਸਾਹਿਬ ਦੇਖਦੇ ਇਸ ਮਸਲੇ ਦੇ ਵਿੱਚ ਕੀ ਜਵਾਬ ਦਿੰਦੇ ਨੇ। ਲੇਕਿਨ ਜਸ਼ਨ ਵਾਲਾ ਜਿਹੜੀ ਕੜੀ ਸਾਹਮਣੇ ਆ ਗਈ ਆ, ਉਹ ਜਸ਼ਨ ਹੁਣ ਪਰਚਾ ਦਰਜ ਹੋਊਗਾ, ਸਾਰੀ ਜਿਹੜੀ ਸਥਿਤੀ ਉਹ ਬਾਹਰ ਆ ਜਾਊਗੀ, ਸਪਸ਼ਟ ਹੋ ਜਾਊਗੀ। ਜੀ ਬਹੁਤ ਸ਼ੁਕਰੀਆ। ਤਾਂ ਇਸ ਮਸਲੇ ਦੇ ਉੱਤੇ ਤੁਹਾਡੀ ਕੀ ਰਾਏ ਹੈ? ਕੌਣ ਸੱਚਾ ਹੋ ਸਕਦਾ ਹੈ ਤੇ ਕੌਣ ਕਸੂਰਵਾਰ? ਇਸ ਬਾਰੇ ਆਪਣਾ ਸੁਝਾਅ ਵੀ ਕਮੈਂਟ ਬਾਕਸ ਦੇ ਜ਼ਰੀਏ ਸਾਂਝਾ ਕਰ ਸਕਦੇ ਹੋ। ਫਿਲਹਾਲ ਅੱਜ ਦੀ ਇਸ ਚਰਚਾ 'ਚ ਇੰਨਾ ਹੀ। ਸਾਨੂੰ ਦਿਓ ਆਗਿਆ। ਧੰਨਵਾਦ।